ਪੰਜਾਬ ਦਾ ਇੱਕ ਸਰਕਾਰੀ ਬੰਦਾ ਰਾਤੋਂ ਰਾਤ ਪਹੁੰਚ ਗਿਆ ਸ਼੍ਰੀ ਹਜੂਰ ਸਾਹਿਬ ਅਤੇ ਹਜੂਰ ਸਾਹਿਬ ਜਾ ਕੇ ਨਦੀ ਦੇ ਕਿਨਾਰੇ ਉਸ ਨੂੰ ਇੱਕ ਅਜਿਹੀ ਚੀਜ਼ ਦਿਸੀ ਜਿਸ ਨੂੰ ਦੇਖ ਕੇ ਉਹ ਬਿਲਕੁਲ ਹੈਰਾਨ ਹੋ ਗਿਆ ਤੇ ਬੇਹੋਸ਼ ਹੋ ਕੇ ਉੱਥੇ ਹੀ ਪਿਆ ਰਿਹਾ। ਜਦੋਂ ਸੰਗਤਾਂ ਨੇ ਉਸ ਨੂੰ ਦੇਖਿਆ ਤਾਂ ਦੇਖਣ ਵਾਲਾ ਹਰ ਕੋਈ ਦੇਖਦਾ ਹੀ ਰਹਿ ਗਿਆ। ਅਜਿਹਾ ਕੀ ਹੋਇਆ ਹਜੂਰ ਸਾਹਿਬ ਦੇ ਵਿੱਚ, ਜਾਣੋ ਅੱਜ ਦੀ ਇਸ ਵੀਡੀਓ ਵਿੱਚ। ਗੱਲ ਨਜ਼ਰੀਏ ਦੀ ਹੁੰਦੀ ਹੈ, ਚਾਹੇ ਦੇਖਣ ਸਮਝਣ ਦੇ ਵਿੱਚ ਕਿਸੇ ਨੂੰ ਇਹ ਚਮਤਕਾਰ ਲੱਗੇ ਜਾਂ ਫਿਰ ਕੋਈ ਇੱਕ ਢੋਂਗ, ਆਪੋ ਆਪਣੇ ਨਜ਼ਰੀਏ ਦੀ ਗੱਲ ਹੈ। ਸ਼ਮਸ਼ੇਰ ਸਿੰਘ ਭੁੱਲਰ ਚੰਡੀਗੜ੍ਹ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ। ਸ਼ਮਸ਼ੇਰ ਸਿੰਘ FCI ਦੇ ਵਿੱਚ ਨੌਕਰੀ ਕਰਦੇ ਨੇ। ਸ਼ਮਸ਼ੇਰ ਸਿੰਘ ਜੀ ਨੇ ਦੱਸਿਆ ਕਿ ਜ਼ਿੰਦਗੀ ਕਦੋਂ ਸਮਾਂ ਪਲਟ ਦਿੰਦੀ ਹੈ ਇਹ ਕੋਈ ਨਹੀਂ ਜਾਣਦਾ। ਕੱਖੋਂ ਲੱਖ ਤੇ ਲੱਖੋਂ ਕੱਖ ਬਣਨ ਦੇ ਵਿੱਚ ਸਮਾਂ ਨਹੀਂ ਲੱਗਦਾ। ਅਜਿਹਾ ਹੀ ਕੁਝ ਮੇਰੇ ਨਾਲ ਵੀ ਹੋਇਆ ਜਦੋਂ ਮੈਂ 2005 ਦੇ ਵਿੱਚ FCI ਜੁਆਇਨ ਕੀਤੀ। ਇੰਜ ਲੱਗਿਆ ਕਿ ਹੁਣ ਸਰਕਾਰੀ ਨੌਕਰੀ ਤਾਂ ਮਿਲੀ ਹੈ ਤਾਂ ਹੁਣ ਜ਼ਿੰਦਗੀ ਦੇ ਵਿੱਚ ਕਿਸੇ ਦੀ ਲੋੜ ਨਹੀਂ, ਮੈਂ ਇਕੱਲਾ ਹੀ ਰਾਜਾ ਹਾਂ। ਨੌਕਰੀ ਵਧੀਆ ਚੱਲਦੀ ਰਹੀ ਤੇ ਮੇਰਾ ਵਿਆਹ 2008 ਦੇ ਵਿੱਚ ਕਰ ਦਿੱਤਾ ਗਿਆ। ਵਿਆਹ ਹੋਇਆ, ਜ਼ਿੰਮੇਵਾਰੀਆਂ ਵਧੀਆਂ, ਪਰ ਕੁਝ ਸਮਾਂ ਬਾਅਦ ਸਾਡੇ ਘਰ ਦੇ ਵਿੱਚ ਕੁਝ ਅਜਿਹਾ ਹੋਇਆ ਜਿਸ ਦੀ ਆਪਾਂ ਕਲਪਨਾ ਤੱਕ ਨਹੀਂ ਕੀਤੀ ਸੀ। ਇੱਕ ਦਿਨ ਮੈਂ ਆਪਣੇ ਦਫ਼ਤਰ ਜਾ ਰਿਹਾ ਸੀ ਤਾਂ ਇੱਕ ਮੰਦਬੁੱਧੀ ਲੜਕੇ ਨੇ ਮੇਰੇ ਪਿੱਛੋਂ ਮੇਰੀ ਕਮੀਜ਼ ਖਿੱਚੀ। ਇੱਕਦਮ ਮੈਂ ਡਰ ਗਿਆ। ਉਸ ਲੜਕੇ ਨੇ ਕੁਝ ਬੋਲਿਆ ਨਹੀਂ, ਕੁਝ ਖਾਣ ਦੇ ਲਈ ਦੇਣ ਲਈ ਕਹਿ ਰਿਹਾ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਸਨੇ ਮੇਰੇ ਕੋਲੋਂ ਪੈਸੇ ਨਹੀਂ ਮੰਗੇ, ਪਰ ਫਿਰ ਵੀ ਮੈਨੂੰ ਗੁੱਸਾ ਆਇਆ ਤਾਂ ਮੈਂ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਡਿੱਗਣ ਕਾਰਨ ਉਹ ਲੜਕੇ ਦੀ ਬਾਂਹ ਦੇ ਉੱਤੇ ਝਰੀਟ ਲੱਗੀ ਤੇ ਥੋੜਾ ਖੂਨ ਵੀ ਆਉਣ ਲੱਗਿਆ। ਇੰਨੇ ਨੂੰ ਇੱਕ ਹੋਰ ਲੜਕਾ ਆ ਕੇ ਉਸ ਨੂੰ ਚੁੱਕਦਾ ਹੈ ਤੇ ਉਹ ਵੀ ਉਸ ਦੇ ਤਰ੍ਹਾਂ ਹੀ ਮੰਦਬੁੱਧੀ ਸੀ। ਮੈਂ ਦੇਖਿਆ ਕਿ ਦੂਸਰੇ ਲੜਕੇ ਨੇ ਇੱਕ ਮਿੱਟੀ ਦਾ ਬੁੱਕ ਭਰ ਕੇ ਉਸ ਦੀ ਬਾਂਹ ਦੇ ਉੱਤੇ ਜਿੱਥੋਂ ਖੂਨ ਨਿਕਲ ਰਿਹਾ ਸੀ ਉੱਥੇ ਲਗਾ ਦਿੱਤਾ ਤੇ ਦੋਵੇਂ ਉੱਥੋਂ ਮੇਰੇ ਵੱਲ ਦੇਖ ਕੇ ਮੁਸਕਰਾ ਕੇ ਚਲੇ ਗਏ। ਉਸ ਵੇਲੇ ਤਾਂ ਮੈਨੂੰ ਇਹ ਆਮ ਜਿਹੀ ਗੱਲ ਲੱਗੀ ਤੇ ਨਾ ਹੀ ਇਸ ਗੱਲ ਦਾ ਕੋਈ ਖਾਸ ਅਸਰ ਮੇਰੇ ਉੱਪਰ ਹੋਇਆ। ਉਸ ਤੋਂ ਬਾਅਦ ਕਈ ਵਾਰ ਉਹ ਲੜਕੇ ਮੈਨੂੰ ਰਸਤੇ ਦੇ ਵਿੱਚ ਮਿਲੇ ਪਰ ਮੇਰੇ ਕੋਲੋਂ ਹੱਸ ਕੇ ਲੰਘ ਜਾਂਦੇ, ਪਰ ਕੁਝ ਮੰਗਦੇ ਨਹੀਂ। ਸਮਾਂ ਪਿਆ ਤਾਂ ਮੇਰੀ ਨੌਕਰੀ ਦੇ ਦੌਰਾਨ ਮੇਰੇ ਉੱਤੇ ਕੁਝ ਭ੍ਰਸ਼ਟਾਚਾਰ ਦੇ ਇਲਜ਼ਾਮ ਲੱਗੇ ਜੋ ਮੈਂ ਕੀਤੇ ਵੀ ਨਹੀਂ ਸਨ। ਵੱਡੇ ਅਫਸਰਾਂ ਦੀ ਗੱਲ ਨਾ ਮੰਨਣ ਦਾ ਨਤੀਜਾ ਮੈਨੂੰ ਮਿਲ ਰਿਹਾ ਸੀ ਤੇ ਨੌਕਰੀ ਤੋਂ ਮੈਨੂੰ ਸਸਪੈਂਡ ਕਰ ਦਿੱਤਾ ਗਿਆ। ਅਸਲ ਦੇ ਵਿੱਚ ਮੇਰੀ ਨੌਕਰੀ ਹੁਣ ਚਲੀ ਹੀ ਜਾਣ ਵਾਲੀ ਸੀ। ਹੌਲੀ ਮੇਰੇ ਮਾਤਾ-ਪਿਤਾ ਟੈਨਸ਼ਨ ਦੇ ਵਿੱਚ ਰਹਿਣ ਲੱਗੇ ਤੇ ਇਸ ਦੁਨੀਆ ਤੋਂ ਚਲੇ ਗਏ। ਮੈਂ ਤੇ ਮੇਰੀ ਪਤਨੀ ਪਿੱਛੇ ਇਕੱਲੇ ਹੀ ਰਹਿ ਗਏ। ਥੋੜਾ ਸਮਾਂ ਹੋਇਆ ਸੀ ਘਰ ਬਣਾਇਆ ਨੂੰ, ਜੋ ਕਿ ਲੋਨ ਲੈ ਕੇ ਬਣਾਇਆ ਸੀ ਤੇ ਹੁਣ ਆਪਾਂ ਕਰਜ਼ੇ ਹੇਠ ਦੱਬੇ ਗਏ ਸੀ। ਟੈਨਸ਼ਨ ਰਾਤਾਂ ਨੂੰ ਸੌਣ ਨਹੀਂ ਦਿੰਦੀ। ਉੱਪਰੋਂ ਸਾਡੇ ਘਰ ਦੇ ਵਿੱਚ ਕੋਈ ਔਲਾਦ ਵੀ ਨਹੀਂ ਸੀ। ਕੁਝ ਮਹੀਨਿਆਂ ਬਾਅਦ ਮੇਰੀ ਪਤਨੀ ਵੀ ਪੇਕੇ ਚਲੀ ਗਈ ਜਦੋਂ ਕਰਜ਼ੇ ਵਾਲੇ ਤੰਗ ਪਰੇਸ਼ਾਨ ਕਰਨ ਘਰ ਆਉਣ ਲੱਗੇ। ਜ਼ਿੰਦਗੀ ਨੇ ਹੁਣ ਮੈਨੂੰ ਇਕੱਲਾ ਕਰ ਛੱਡਿਆ ਸੀ। ਆਖਰ ਉਹ ਪਲ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਜਿੱਥੇ ਹਰ ਕੋਈ ਹਾਰ ਜਾਂਦਾ ਹੈ। ਘਰ ਦੇ ਉੱਤੇ ਬੈਂਕ ਦਾ ਕਬਜ਼ਾ ਸੀ ਅਤੇ ਮੈਂ ਆਤਮ ਹੱਤਿਆ ਕਰਨ ਵਾਸਤੇ ਨਹਿਰ ਦੇ ਉੱਤੇ ਪਹੁੰਚ ਗਿਆ। ਨਾ ਤਾਂ ਹੁਣ ਮੇਰੇ ਕੋਲ ਮਾਤਾ-ਪਿਤਾ ਸਨ ਤੇ ਨਾ ਹੀ ਪਤਨੀ। ਔਲਾਦ ਤਾਂ ਪਹਿਲਾਂ ਹੀ ਨਹੀਂ ਸੀ, ਫਿਰ ਮੈਂ ਜੀ ਕੇ ਕੀ ਕਰਨਾ ਸੀ। ਸ਼ਾਮ ਦਾ ਸਮਾਂ ਸੀ, ਮੈਂ ਨਹਿਰ ਦੇ ਵਿੱਚ ਡੁੱਬਣ ਦੀ ਤਿਆਰੀ ਕਰ ਰਿਹਾ ਸੀ। ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਚੱਲਿਆ ਤਾਂ ਦਿਲ ਇੱਕਦਮ ਬਦਲ ਗਿਆ ਜਦੋਂ ਮੈਂ ਦੇਖਿਆ ਉਹ ਦੋਨੋਂ ਮੰਦਬੁੱਧੀ ਬੱਚੇ ਉੱਥੋਂ ਲੰਘ ਰਹੇ ਸੀ ਤੇ ਇੱਕ ਦੇ ਹੱਥ ਦੇ ਵਿੱਚ ਇੱਕ ਰੋਟੀ ਸੀ ਤੇ ਉਹ ਦੋਨੇ ਬਹੁਤ ਖੁਸ਼ ਸਨ। ਮੈਨੂੰ ਰੋਟੀ ਦਿਖਾ ਕੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਹੈ। ਜ਼ਿੰਦਗੀ ਦਾ ਅਸਲ ਮਾਇਨਾ ਪਰਮਾਤਮਾ ਨੇ ਮੇਰੇ ਸਾਹਮਣੇ ਦਿਖਾ ਦਿੱਤਾ। ਸੋ ਆਖਿਰ ਮੈਂ ਕਰਜ਼ੇ ਵਾਲਿਆਂ ਤੋਂ ਬਚਣ ਦੇ ਲਈ ਹਜੂਰ ਸਾਹਿਬ ਚਲਿਆ ਗਿਆ ਤੇ ਸਾਰੀ ਉਮਰ ਉੱਥੇ ਹੀ ਰਹਿ ਕੇ ਸੇਵਾ ਕਰਨ ਦੀ ਸੋਚੀ। ਸੋ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਿਆ, ਸੇਵਾ ਦਾ ਚੋਲਾ ਪਾਇਆ ਤੇ ਲੰਗਰ ਦੇ ਵਿੱਚ ਸੇਵਾ ਕਰਨ ਲੱਗਿਆ। ਪੂਰੇ 3-4 ਮਹੀਨੇ ਮੈਂ ਉੱਥੇ ਸਭ ਕੁਝ ਭੁੱਲ ਕੇ ਸੇਵਾ ਕਰਦਾ ਰਿਹਾ ਤੇ ਬਾਹਰ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਸੌਂ ਜਾਂਦਾ। ਇੱਕ ਦਿਨ ਸਵੇਰ ਦੇ ਟਾਈਮ ਮੈਂ ਲੰਗਰ ਦੇ ਵਿੱਚ ਲੰਗਰ ਵਰਤਾ ਰਿਹਾ ਸੀ ਤਾਂ ਦੋ ਮੰਦਬੁੱਧੀ ਲੜਕੇ ਜੋ ਕਿ ਸਿੱਖ ਹੀ ਸਨ ਉਹ ਲੰਗਰ ਦੇ ਵਿੱਚ ਆ ਬੈਠੇ। ਮੈਂ ਉਸ ਸਮੇਂ ਖੀਰ ਵਰਤਾ ਰਿਹਾ ਸੀ। ਉਹਨਾਂ ਦੇ ਕੋਲ ਪਹੁੰਚਾ ਤਾਂ ਉਹਨਾਂ ਨੇ ਖਾਲੀ ਥਾਲ ਦੇ ਵਿੱਚ ਉਂਗਲ ਮਾਰ ਕੇ ਖੀਰ ਪਾਉਣ ਵਾਸਤੇ ਕਿਹਾ। ਮੈਂ ਇੱਕ ਡੋਰੀ ਖੀਰ ਦੀ ਪਾ ਦਿੱਤੀ ਤੇ ਅੱਗੇ ਜਾਣ ਲੱਗਿਆ ਤਾਂ ਅਚਾਨਕ ਹੀ ਉਸ ਲੜਕੇ ਨੇ ਦੁਬਾਰਾ ਥਾਲ ਦੇ ਵਿੱਚ ਉਂਗਲ ਮਾਰੀ ਤੇ ਦੂਜੀ ਵਾਰ ਹੋਰ ਖੀਰ ਪਾਉਣ ਵਾਸਤੇ ਕਿਹਾ। ਮੈਂ ਦੂਜੀ ਡੋਰੀ ਵੀ ਪਾ ਦਿੱਤੀ। ਜਦੋਂ ਉਸਨੇ ਤੀਜੀ ਵਾਰ ਵੀ ਇਸ ਤਰ੍ਹਾਂ ਕੀਤਾ ਤਾਂ ਮੇਰੇ ਮਨ ਦੇ ਵਿੱਚ ਅਚਾਨਕ ਖਿਆਲ ਆ ਗਿਆ ਕਿ ਇੱਥੇ ਥੋੜਾ ਸਾਰੀ ਖੀਰ ਖਤਮ ਕਰਨੀ ਹੈ, ਹੋਰ ਵੀ ਸੰਗਤਾਂ ਬੈਠੀਆਂ ਹੋਈਆਂ ਨੇ। ਮੈਂ ਉਸ ਲੜਕੇ ਦੀ ਗੱਲ ਨੂੰ ਇਗਨੋਰ ਕਰਕੇ ਅੱਗੇ ਜਾਣ ਲੱਗਿਆ ਤਾਂ ਇੱਕ ਬਜ਼ੁਰਗ ਸੇਵਾਦਾਰ ਨੇ ਆਵਾਜ਼ ਮਾਰੀ ਤੇ ਕਿਹਾ ਕਿ ਇਹ ਗਲਤੀ ਨਾ ਕਰੀ, ਜਿੰਨੀ ਵਾਰ ਵੀ ਉਹ ਲੜਕਾ ਕਹਿ ਰਿਹਾ ਹੈ ਉਨੀ ਵਾਰ ਉਸ ਨੂੰ ਖੀਰ ਪਾਓ। ਉਸ ਲੜਕੇ ਨੇ 4 ਵਾਰ ਥਾਲ ਦੇ ਵਿੱਚ ਉਂਗਲ ਮਾਰੀ ਤੇ 4 ਵਾਰੀ ਮੈਂ ਉਸ ਨੂੰ ਖੀਰ ਪਾ ਦਿੱਤੀ। ਇੰਜ ਹੀ ਦੂਸਰੇ ਮੰਦਬੁੱਧੀ ਲੜਕੇ ਨੇ ਵੀ ਕੀਤਾ। ਖੀਰ ਪਾਉਣ ਤੋਂ ਬਾਅਦ ਉਹ ਦੋਨੇ ਮੇਰੇ ਵੱਲ ਦੇਖ ਕੇ ਉਂਝ ਹੀ ਮੁਸਕਰਾਏ ਜਿਵੇਂ ਚੰਡੀਗੜ੍ਹ ਦੇ ਵਿੱਚ ਉਹ ਮੰਦਬੁੱਧੀ ਲੜਕੇ ਮੈਨੂੰ ਦੇਖ ਕੇ ਮੁਸਕਰਾਉਂਦੇ ਸੀ। ਸੋ ਹੁਣ ਜੋ ਵੀ ਮੇਰੇ ਨਾਲ ਹੋ ਰਿਹਾ ਸੀ ਮੈਂ ਹੌਲੀ ਸਮਝ ਚੁੱਕਿਆ ਸੀ, ਪਰ ਪਤਾ ਨਹੀਂ ਇਹ ਸਭ ਕੁਝ ਕਦੋਂ ਠੀਕ ਹੋਣਾ ਸੀ। ਫਿਰ ਇੱਕ ਰਾਤ ਮੈਂ ਗੋਦਾਵਰੀ ਨਦੀ ਦੇ ਕੋਲ ਘੁੰਮ ਰਿਹਾ ਸੀ ਤਾਂ ਮੈਨੂੰ ਚੱਕਰ ਆਇਆ ਤੇ ਮੈਂ ਉੱਥੇ ਹੀ ਡਿੱਗ ਗਿਆ। ਮੈਨੂੰ ਕਿਸੇ ਨੇ ਦੇਖਿਆ ਤੱਕ ਨਹੀਂ। ਜਦੋਂ ਮੈਂ ਉੱਠਿਆ ਤਾਂ ਹਨੇਰਾ ਹੋ ਚੁੱਕਿਆ ਸੀ।
ਉੱਥੋਂ ਉੱਠ ਕੇ ਜਦੋਂ ਮੈਂ ਜਾਣ ਲੱਗਿਆ ਤਾਂ ਘੋੜੇ ਦੀ ਪੌੜਾਂ ਦੀਆਂ ਆਵਾਜ਼ਾਂ ਆਈਆਂ। ਇੱਕ ਤੇਜ਼ ਪ੍ਰਕਾਸ਼ ਦੇ ਵਿੱਚੋਂ ਦੋ ਸਿੰਘਾਂ ਦੇ ਘੋੜੇ ਨਿਕਲ ਰਹੇ ਸੀ। ਇੱਕ ਵਾਰ ਤਾਂ ਮੈਂ ਡਰ ਗਿਆ ਤੇ ਉੱਥੇ ਹੀ ਲੁਕ ਗਿਆ। ਉਹਨਾਂ ਵਿੱਚੋਂ ਇੱਕ ਸਿੰਘ ਨੇ ਆਵਾਜ਼ ਮਾਰ ਕੇ ਕਿਹਾ ਕਿ ਸ਼ਮਸ਼ੇਰ ਸਿੰਘ, ਸ਼ੇਰ ਲੁਕਦੇ ਨਹੀਂ ਹੁੰਦੇ, ਜਾਪ ਸਾਹਿਬ ਦਾ ਪਾਠ ਕਰਿਆ ਕਰ ਤੇ ਦਸਵੰਧ ਕੱਢਿਆ ਕਰ। ਫਿਰ ਇੱਕ ਤੇਜ਼ ਪ੍ਰਕਾਸ਼ ਦੇ ਵਿੱਚੋਂ ਉਹ ਸਭ ਕੁਝ ਗਾਇਬ ਹੋ ਗਿਆ। ਪਰ ਉਸ ਜਾਂਦੇ ਜਾਂਦੇ ਪ੍ਰਕਾਸ਼ ਦੇ ਵਿੱਚ ਮੈਂ ਉਹਨਾਂ ਦੋਨੋਂ ਮੰਦਬੁੱਧੀ ਲੜਕਿਆਂ ਨੂੰ ਦੇਖਿਆ ਜੋ ਮੇਰੇ ਵੱਲ ਦੇਖ ਕੇ ਹਰ ਰੋਜ਼ ਮੁਸਕਰਾਉਂਦੇ ਸੀ। ਸੋ ਸਮਾਂ ਬੀਤਦਾ ਰਿਹਾ ਤੇ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੀ ਸੇਵਾ ਕਰਦਾ ਰਿਹਾ। ਇੱਕ ਦਿਨ ਮੇਰੇ ਹੀ ਦਫ਼ਤਰ ਦਾ ਬੰਦਾ ਮੈਨੂੰ ਹਜੂਰ ਸਾਹਿਬ ਮਿਲਿਆ ਤੇ ਉਸਨੇ ਮੈਨੂੰ ਦੱਸਿਆ ਕਿ ਉਸ ਦੀ ਭਾਲ ਕਾਫੀ ਸਮੇਂ ਤੋਂ ਚੱਲ ਰਹੀ ਹੈ, ਕਿਉਂਕਿ ਉਸ ਦੇ ਉੱਤੇ ਲੱਗੇ ਦੋਸ਼ਾਂ ਤੋਂ ਉਸ ਨੂੰ ਬਹਾਲ ਕਰ ਦਿੱਤਾ ਗਿਆ ਹੈ ਤੇ ਨੌਕਰੀ ਜੁਆਇਨ ਕਰਨ ਵਾਸਤੇ ਸਰਕਾਰ ਬਾਰ-ਬਾਰ ਕਹਿ ਰਹੀ ਹੈ। ਮੈਂ ਬਹੁਤ ਹੈਰਾਨ ਹੋਇਆ ਕਿ ਇਹ ਕਿਵੇਂ ਹੋਇਆ। ਅਗਲੇ ਕੁਝ ਦਿਨਾਂ ਦੇ ਵਿੱਚ ਹੀ ਮੈਂ ਵਾਪਸ ਪੰਜਾਬ ਜਾਣਾ ਸੀ ਤਾਂ ਉਹ ਦੋ ਮੰਦਬੁੱਧੀ ਲੜਕੇ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਆਪਣੇ ਦਰ ਤੋਂ ਕਿਸੇ ਨੂੰ ਭੁੱਖਾ ਨਾ ਮੋੜੀ ਤੇ ਗੁਰੂ ਸਾਹਿਬ ਦੇ ਉਸ ਹੁਕਮ ਨੂੰ ਮੰਨੀ ਜੋ ਉਸ ਰਾਤ ਤੈਨੂੰ ਉਹਨਾਂ ਸਿੰਘਾਂ ਨੇ ਕਿਹਾ ਸੀ। ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਕਿ ਉਸ ਦਿਨ ਉਹ ਗੁਰੂ ਸਾਹਿਬ ਹੀ ਸਨ ਜਿਨ੍ਹਾਂ ਦੀ ਆਵਾਜ਼ ਨੂੰ ਮੈਂ ਪਹਿਚਾਣ ਨਾ ਸਕਿਆ। ਸੋ ਮੈਂ ਪੰਜਾਬ ਆਇਆ, ਨੌਕਰੀ ਮਿਲੀ, ਕਰਜ਼ਾ ਵੀ ਹੌਲੀ-ਹੌਲੀ ਉਤਰ ਗਿਆ, ਘਰ ਵੀ ਵਾਪਸ ਮਿਲ ਗਿਆ ਤੇ ਪਤਨੀ ਵੀ ਵਾਪਸ ਆ ਗਈ ਤੇ ਮੇਰੇ ਘਰ ਦੇ ਵਿੱਚ ਦੋ ਲੜਕੀਆਂ ਨੇ ਜਨਮ ਵੀ ਲਿਆ ਤੇ ਹੁਣ ਮੇਰੀ ਜ਼ਿੰਦਗੀ ਬਿਲਕੁਲ ਠੀਕ ਹੈ। ਕਦੀ ਵੀ ਆਪਣੇ ਆਪ ਨੂੰ ਉੱਚਾ ਨਾ ਸਮਝੋ। ਆਪਣੇ ਦਰ ਤੋਂ ਕਿਸੇ ਵੀ ਭੁੱਖੇ ਲੋੜਵੰਦ ਨੂੰ ਖਾਲੀ ਹੱਥ ਨਾ ਮੋੜੋ। ਸਾਡੀ ਸਿੱਖੀ ਸਾਨੂੰ ਇਹੀ ਸਿਖਾਉਂਦੀ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।